अन्नदाता मजदूर दोवें कीर्ति खुद कीर्ति नू बागी ना बना दियो अन्नदाता मजदूर दोवें कीर्ति खुद कीर्ति नू बागी ना बना दियो मारे दे और जिंदगी दी किरण विखारियो अन्नदाता मजदूर तो में कीर्ति खुद कीर्ति नू बागी ना बना दियो अन्नदाता मजदूर तो में कीर्ति खुद कीर्ति नू बागी ना बना दियो मजबूर ना जथेबंदियां नू तरने दा शौक नहीं बेबस होके तुरदे हां पूरना गुरजीत नवनीत खैरा आख दे पेट को करी ना मौत दी चढ़ा दियो अन्नदाता मजदूर तोवें कीर्ति खुद कीर्ति नू बागी ना बना दियो अन्नदाता मजदूर तोवें कीर्ति खुद कीर्ति नू बागी ना बना दियो अन्नदाता मजदूर तोवें कीर्ति खुद कीर्ति नू बागी ना बना दियो नसरों मंजूर गुरु गोबिंद सिंह एज दी मंजूर गुरु गोबिंद सिंह हक रागंजूर गुरु गोबिंद सिंह जुमला फैजे नूर गुरु गोबिंद सिंह हक हक आगा गुरु गोबिंद सिंह शाहे शहन शाह गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह किसान मजदूर एकता किसान विरोधी बिल ਦੇ ਵਿਰੋਧ ਦੇ ਵਿੱਚ ਸ਼ੰਭੂ ਮੋਰਚੇ ਵਿੱਚ ਸ਼ਾਮਲ ਹੋਈ ਸਮੁੱਚੀ ਸੰਗਤ ਆਓ ਕੋਈ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਬਾਜਾਂ ਵਾਲੇ ਸ਼ਹਿਨशाह ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਉਣ ਦਾ ਯਤਨ ਕਰੀਏ ਤਾਂ ਕਿ ਤੁਹਾਡੀ ਤੇ ਸਾਡੀ ਆਪਸ ਦੇ ਵਿੱਚ ਸਾਂਝ ਬਣ ਜਾਵੇ ਕਿਉਂਕਿ ਗੁਰੂ ਪਿਆਰਿਓ ਜਦੋਂ ਵੀ ਕਿਸੇ ਧਰਮ ਦਾ ਕੋਈ ਮਨੁੱਖ ਇੱਕ ਦੂਸਰੇ ਨੂੰ ਮਿਲਦੇ ਨੇ ਪਹਿਲਾਂ ਰੱਬ ਨੂੰ ਚੇਤੇ ਕਰ ਲੈਂਦੇ ਨੇ हिंदू मिलता है हिंदू नूं ते ओह कहंदा है राम राम मुसलमान मुसलमान नूं मिलता है ते ओह कहंदा है अस्सलाम अलैकुम सतगुरु बाजां वाले शहनशाह ने साडे ते बख्शिश कीती है सानू फतेह दा नारा दिता है ते जदों फतेह दी सांझ पाई जाती है 2 बार वाहिगुरु नाम दा सिमरन हो जाया करता है जिहड़ा मनुख वाहिगुरु दा सिमरन करता है सतगुरु उहदे ते अपार बख्शिश करते हैं उहदे दुखां दा नाश हुंदा है सुखां दा प्रकाश हुंदा है उहदियां शुभ मनोकामनावां भावनावां पूरीआं हुंदियां ने पंजाबी का विद्वान बहुत सुंदर लिखता है वह कहता वाहिगुरु आखिया मुख पवित्र वाहिगुरु आखिया साफ चरित्र वाहिगुरु आखिया बैरी मित्र वाहिगुरु आखिया सब दुख तित्र फतेह के बारे में पंजाबी का विद्वान बहुत सुंदर लिखता है वह कहता जिहदी रग विच फतेह उहदी जग विच फतेह जिहदी जबान विच फतेह उहदी मैदान विच फतेह जिहदे बुल्लां विच फतेह उहदी कुल्लां विच फतेह जिहड़ा बुलाउंदा ढिल्ली फतेह उहनूं कदे नहीं मिली फतेह जेड़ा फतेह बुलाउंदा है गज के ओनू मिलदी है फतेह भज के बैठो जी सज के आखो जी गज के वाहिगुरु जी का खालसा वाहिगुरु जी की फतेह प्यारियो समय दी सरकार ने एक किसान विरोधी बिल पेश किया ते जिहदे विरोध दे विच 1 महीने तो उपर दा समा हो गया
ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਦੀ ਪ੍ਰਾਰੰਭਤਾ ਹੋਈ ਤੇ ਆ ਜਿਹੜਾ ਸ਼ੰਭੂ ਮੋਰਚਾ ਲੱਗਿਆ ਇਹਨੂੰ ਵੀ ਬੜੇ ਦਿਨ ਹੋ ਗਏ ਤੇ ਇਸ ਮੋਰਚੇ ਦੇ ਵਿੱਚ ਵੱਖ-ਵੱਖ ਵਿਦਵਾਨ ਵੱਖ-ਵੱਖ ਸੂਝਵਾਨ ਲੋਕ ਆ ਕੇ ਹਾਜ਼ਰੀਆਂ ਭਰ ਕੇ ਸਾਨੂੰ ਸੁਚੇਤ ਕਰ ਰਹੇ ਨੇ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਸਾਡੇ ਵਿਰੋਧ ਦੇ ਵਿੱਚ ਬਿੱਲ ਪੇਸ਼ ਹੋਇਆ ਹੈ ਉਹਨੂੰ ਜਾਂ ਤੇ ਬਿੱਲ ਨੂੰ ਉਹਨੂੰ ਵਾਪਸ ਕਰਵਾਈਏ ਜਾਂ ਇਸ ਕਾਨੂੰਨ ਨੂੰ ਕਿਸੇ ਤਰ੍ਹਾਂ ਬਦਲਿਆ ਜਾਵੇ। ਮੇਰੇ ਤੋਂ ਪਹਿਲਾਂ ਬਹੁਤ ਹੀ ਵਿਦਵਾਨਾਂ ਨੇ ਸੂਝਵਾਨ ਵੀਰਾਂ ਨੇ ਪੜ੍ਹੇ ਲਿਖੇ ਵੀਰਾਂ ਨੇ ਆਪ ਸੰਗਤ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਆਪਣੇ ਦਿਲ ਦੀ ਜੋ ਸੋਚ ਸੀ ਉਹ ਸਾਂਝੀ ਕੀਤੀ ਤੇ ਗੁਰੂ ਪਿਆਰਿਓ ਇੱਕ ਇਸ ਸੰਘਰਸ਼ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਢਾਡੀ ਜੱਥਿਆਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗਿਆ ਵਾਰੀ-ਵਾਰੀ ਢਾਡੀ ਜੱਥਿਆਂ ਦੀ ਡਿਊਟੀ ਲਗਾਈ ਗਈ ਹੈ। ਬਹੁਤ ਹੀ ਸਤਿਕਾਰਯੋਗ ਵੀਰ ਰਸ਼ਪਾਲ ਸਿੰਘ ਜੀ USA ਤੋਂ ਉਹਨਾਂ ਨੇ ਸਾਰੇ ਢਾਡੀਆਂ ਦੀ ਡਿਊਟੀ ਲਗਾਈ ਤੇ ਰੋਜ਼ ਇੱਕ ਢਾਡੀ ਜੱਥਾ ਉਹਨਾਂ ਦੇ ਵੱਲੋਂ ਭੇਜਿਆ ਜਾਂਦਾ ਹੈ ਤੇ ਉਸੇ ਲਿਸਟ ਦੇ ਵਿੱਚ ਅੱਜ ਦਾਸ ਦੇ ਜੱਥੇ ਨੂੰ ਆਪ ਸੰਗਤ ਦੇ ਨਾਲ ਕੁਝ ਕੁ ਵਿਚਾਰ ਸਾਂਝੇ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਪਿਆਰਿਓ ਸਮੇਂ ਦੀਆਂ ਸਰਕਾਰਾਂ ਸਦਾ ਤੋਂ ਹੀ ਜ਼ੁਲਮ ਕਰਦੀਆਂ ਆਈਆਂ ਤੇ ਸਾਡੇ ਵਿਰੋਧ ਦੇ ਵਿੱਚ ਜਿਹੜਾ ਬਿੱਲ ਪੇਸ਼ ਹੋਇਆ ਅਸੀਂ ਸਾਰੇ ਉਹਦੇ ਬਾਰੇ ਵਿੱਚ ਜਾਣੂ ਹਾਂ ਪਰ ਮੈਂ ਜੋ ਮੇਰੇ ਦਿਲ ਦੀ ਵਿਚਾਰ ਹੈ ਜਦ ਮੇਰੇ ਦਿਲ ਦੀ ਸੋਚ ਹੈ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਾਂਗੀ। ਇੱਕ ਮੇਰੇ ਵੀਰ ਨੇ ਇੱਕ ਗੱਲ ਕਹੀ ਕਿ ਇਹਨੂੰ ਧਾਰਮਿਕ ਮੁੱਦਾ ਨਾ ਬਣਾਇਓ। ਵੈਸੇ ਵੀਰ ਜੀ ਧਾਰਮਿਕ ਮੁੱਦਾ ਤੇ ਨਹੀਂ ਪਰ ਮੇਰੇ ਛੇਵੇਂ ਪਾਤਸ਼ਾਹ ਨੇ ਸਾਨੂੰ ਧਰਮ ਦੇ ਨਾਲ ਰਾਜਨੀਤੀ ਦਿੱਤੀ ਹੈ ਤੇ ਨਾਲ ਇਹ ਗੱਲ ਕਹੀ ਕਿ ਰਾਜਨੀਤੀ ਤੇ ਉੱਤੇ ਧਰਮ ਤੇ ਭਾਰੂ ਹੋ ਜਾਵੇ ਪਰ ਕਦੇ ਧਰਮ ਦੇ ਉੱਤੇ ਰਾਜਨੀਤੀ ਭਾਰੂ ਨਾ ਹੋਵੇ। ਸਾਡੇ ਤੇ ਧਰਮ ਤੇ ਰਾਜਨੀਤੀ ਭਾਰੂ ਹੋਈ ਹੈ। ਗੁਰੂ ਪਿਆਰਿਓ ਇਹ ਜਿਹੜੀ ਸਿਆਸਤ ਹੈ ਜਿਹੜਾ ਸਮੇਂ ਦੇ ਜ਼ਾਲਮਾਂ ਦੇ ਨਾਲ ਲੜਨਾ ਇਹ ਵੀ ਸਾਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਦੱਸਿਆ ਕਿ ਤੁਸੀਂ ਹੱਕ ਕਿਵੇਂ ਲੈਣੇ ਨਹੀਂ ਤੇ ਬੰਦਗੀ ਕਰਨ ਵਾਲੇ ਤੇ ਪਹਿਲਾਂ ਵੀ ਬੜੇ ਪੈਦਾ ਹੋਏ ਪਰ ਜਿਹੜਾ ਸਿੱਖ ਧਰਮ ਹੈ ਉਹ ਇਸ ਤਰ੍ਹਾਂ ਦਾ ਧਰਮ ਹੈ ਕਿ ਸਾਨੂੰ ਭਗਤੀ ਦੇ ਨਾਲ ਰਾਜਨੀਤੀ ਵੀ ਸਿਖਾਉਂਦਾ ਹੈ ਸਾਨੂੰ ਸਿਆਸਤ ਵੀ ਸਿਖਾਉਂਦਾ ਹੈ ਅਸੀਂ ਦੁਨੀਆ ਵਿੱਚ ਕਿਵੇਂ ਵਿਚਰਨਾ ਸਿਖਾਉਂਦਾ ਹੈ ਅਸੀਂ ਜ਼ਿੰਦਗੀ ਕਿਵੇਂ ਜਿਉਣੀ ਹੈ ਇਹ ਸਿਖਾਉਂਦਾ ਹੈ। ਸਤਿਗੁਰੂ ਕਹਿੰਦੇ ਅਣਖ ਦੇ ਨਾਲ ਜਿਉਣਾ ਹੈ ਤੇ ਮਰਨਾ ਜਿਹੜਾ ਉਹ ਵੀ ਜਿਹੜਾ ਬੇਗੈਰਤੀ ਦਾ ਮਰਨਾ ਉਹ ਬਹੁਤ ਬੁਰਾ ਹੈ ਉਹਦੇ ਨਾਲੋਂ ਤੇ ਜਿਹੜੀ ਮੌਤ ਹੈ ਨਾ ਚੜ੍ਹਦੀ ਕਲਾ ਦੇ ਵਿੱਚ ਆ ਜਾਵੇ ਉਹ ਵਧੀਆ ਹੈ। ਬੁੱਝਦਿਲੀ ਦੀ ਜ਼ਿੰਦਗੀ ਦੇ ਨਾਲੋਂ ਚੜ੍ਹਦੀ ਕਲਾ ਦੇ ਵਿੱਚ ਮਰ ਜਾਣਾ ਬਹੁਤ ਚੰਗਾ ਹੁੰਦਾ ਹੈ। ਮੇਰੇ ਸਤਿਗੁਰ ਨੇ ਸਾਨੂੰ ਸਮਝਾਇਆ ਤੇ ਗੁਰੂ ਪਿਆਰਿਓ ਇਹ ਜਿਹੜਾ ਛੇਵੇਂ ਪਾਤਸ਼ਾਹ ਦਾ ਸਾਜਿਆ ਅਕਾਲ ਤਖਤ ਉੱਥੋਂ ਢਾਡੀ ਕਲਾ ਦੀ ਪ੍ਰਾਰੰਭਤਾ ਹੋਈ ਤੇ ਹੱਕ ਲੈਣ ਦੇ ਲਈ ਢਾਡੀ ਕਲਾ ਦਾ ਜਿਹੜਾ ਯੋਗਦਾਨ ਹੈ ਉਹਦੇ ਤੋਂ ਅਸੀਂ ਤੇ ਤੁਸੀਂ ਅਣਜਾਣ ਨਹੀਂ ਤਾਂ ਹੀ ਇਸ ਮੋਰਚੇ ਦੇ ਵਿੱਚ ਨਾਲ ਢਾਡੀ ਕਵੀਸ਼ਰ ਆਪਣੀ ਹਾਜ਼ਰੀ ਆ ਕੇ ਲਵਾਉਂਦੇ ਨੇ। ਗੁਰੂ ਪਿਆਰਿਓ ਇਸ ਬਿੱਲ ਦੀ ਮੈਂ ਗੱਲ ਕਰਾਂ ਤੇ ਇਸ ਬਿੱਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਕਾਨੂੰਨ ਦੱਸਿਆ ਗਿਆ ਹੈ ਕਿ ਜੇ ਕਿਸੇ ਕਿਸਾਨ ਦਾ ਤੋਲ ਦੇ ਵਿੱਚ ਜਾਂ ਲੈਣ ਦੇਣ ਦੇ ਵਿੱਚ ਜਾਂ ਰੇਟ ਦੇ ਵਿੱਚ ਕਿਸੇ ਦੇ ਨਾਲ ਰੌਲਾ ਹੋਵੇ ਤੇ ਉਹ ਸਿਰਫ SDM ਤੱਕ ਜਾ ਸਕਦਾ ਹੈ ਇਸ ਤੋਂ ਬਾਅਦ ਅਦਾਲਤ ਦੇ ਵਿੱਚ ਕੋਰਟ ਵਿੱਚ ਜਾ ਕੇ ਕੇਸ ਨਹੀਂ ਕਰ ਸਕਦਾ। ਤੇ ਗੁਰੂ ਪਿਆਰੇ ਦੂਸਰੇ ਪਾਸੇ ਇੱਕ ਹੋਰ ਐਲਾਨ ਹੈ ਕਿ ਜਿਹੜਾ ਕਿਸਾਨ ਮੰਡੀ ਵਿੱਚ ਫਸਲ ਵੇਚੇਗਾ ਉਹਨੂੰ 8% ਟੈਕਸ ਪਵੇਗਾ ਜੇ ਬਾਹਰ ਵੇਚੇਗਾ ਤੇ 1% ਪਵੇਗਾ ਤੇ ਫਿਰ ਕਿਸਾਨ ਆਪਣਾ 7% ਬਚਾਉਣ ਦੇ ਲਈ ਬਾਹਰ ਫਸਲ ਵੇਚ ਦੇਵੇਗਾ। ਫਸਲ ਮੰਡੀਆਂ ਵਿੱਚ ਨਹੀਂ ਜਾਵੇਗੀ ਕਿਉਂਕਿ ਕਿਸਾਨ ਤੇ ਬਚਾਵੇਗਾ ਹੀ ਹਰ ਇੱਕ ਨੇ ਬਚਤ ਲਈ ਸੋਚਣਾ ਤੇ ਫਿਰ ਸਰਕਾਰ ਹੁਕਮ ਕਰੇਗੀ ਮੰਡੀ ਬੋਰਡ ਨੂੰ ਕਿ ਮੰਡੀਆਂ ਵਾਲੀ ਜਿਹੜੀ ਜ਼ਮੀਨ ਰਕਬੇ ਵੇਚ ਦਿੱਤੇ ਜਾਣ ਮੰਡੀ ਬੋਰਡ ਬੰਦ ਕਰ ਦਿੱਤਾ ਜਾਵੇ ਮੰਡੀਆਂ ਖਤਮ ਕਰ ਦਿੱਤੀਆਂ ਜਾਣ। ਇੱਕ ਹੋਰ ਉਹਦੇ ਵਿੱਚ ਗੱਲ ਮੈਨੂੰ ਪੜਨ ਨੂੰ ਮਿਲੀ ਕਿ ਜਿਹੜਾ ਜ਼ਿਮੀਂਦਾਰ ਠੇਕੇ ਤੇ ਜ਼ਮੀਨ ਦਿੰਦਾ ਹੈ ਜਿਹੜਾ 60,000 ਨੂੰ ਖੇਤ ਠੇਕੇ ਤੇ ਚਾੜਦਾ ਤੇ ਉਹਨੂੰ 10,000 ਤੇ 800 ਰੁਪਇਆ ਸਰਕਾਰ ਨੂੰ ਟੈਕਸ ਦੇਣਾ ਪਵੇਗਾ। ਗੁਰੂ ਪਿਆਰਿਓ ਨਾਲ ਤੇ ਜਦੋਂ ਕਿਸਾਨ ਸੋਚੇਗਾ ਕਿ ਹੁਣ ਖੇਤੀ ਜਿਹੜੀ ਘਾਟੇ 'ਚ ਜਾ ਰਹੀ ਹੈ ਉਹ ਫਿਰ ਖੇਤੀ ਛੱਡਣ ਨੂੰ ਤਿਆਰ ਹੋ ਜਾਵੇਗਾ ਆਪਣੇ ਆਪ ਹੀ ਤੇ ਫਿਰ ਸਰਕਾਰ ਵੱਡੇ ਰਜਵਾੜਿਆਂ ਨੂੰ ਸਾਡੀ ਇਹ ਜ਼ਮੀਨ ਦੇਵੇਗੀ। ਪਹਿਲਾਂ ਉਹ ਲੀਜ਼ ਤੇ ਲੈਣਗੇ ਫਿਰ ਉਹ ਕਬਜ਼ੇ ਕਰ ਲੈਣਗੇ ਤੇ ਕਿਸਾਨ ਮੁਜਾਰੇਦਾਰ ਬਣ ਜਾਵੇਗਾ। ਪਹਿਲਾਂ ਵੀ ਅਸੀਂ ਮੁਜਾਰੇਦਾਰ ਸੀ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ। ਅਸੀਂ ਨੌਕਰ ਸੀ ਅਸੀਂ ਕਾਮੇ ਸੀ ਅਸੀਂ ਮਿਹਨਤਾਂ ਕਰਦੇ ਸੀ ਮਾਲਕ ਵੱਡੇ ਰਜਵਾੜੇ ਸੀ ਜਿਵੇਂ ਅੱਜ ਅਡਾਨੀ ਤੇ ਅੰਬਾਨੀ ਵਰਗੇ ਮਾਲਕ ਨੇ ਵੱਡੀਆਂ ਕੰਪਨੀਆਂ ਦੇ। ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਉਹ ਕਿਤੇ ਸਾਡੀਆਂ ਵੋਟਾਂ ਦੇ ਸਿਰ ਤੇ ਨਹੀਂ ਚੁਣਦੇ ਇਹਨਾਂ ਸਰਕਾਰਾਂ ਨੂੰ ਖੜਾ ਕਰਦੇ ਨੇ ਆਪਣੇ ਉਹਦੇ ਸਟੈਂਡ ਤੇ ਵੱਡੀਆਂ ਕੰਪਨੀਆਂ ਦੇ ਮਾਲਕ ਆ ਜਿਹੜੇ ਰਜਵਾੜੇ ਨੇ ਉਹ ਮਾਇਆ ਦੇ ਨਾਲ ਖੜੇ ਕਰਦੇ ਨੇ ਤੇ ਫਿਰ ਹੁਕਮ ਉਹਨਾਂ ਦੇ ਹੀ ਚੱਲਦੇ ਨੇ। ਆਹ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਹੈ ਤੇ ਗੁਰੂ ਨਾਨਕ ਨੇ ਸਾਨੂੰ ਕਿਰਤ ਦੇ ਨਾਲ ਜੋੜਿਆ
ਤੇ ਗੁਰੂ ਨਾਨਕ ਨਾਮ ਲੈਵਾ ਜਿਹੜਾ ਸਿੱਖ ਹੈ ਉਹ ਗੁਰੂ ਨਾਨਕ ਦੇ ਦੱਸੇ ਹੋਏ ਹੁਕਮ ਤੇ ਚੱਲਦਾ ਹੋਇਆ ਆਪਣੀ ਕਿਰਤ ਕਰਦਾ ਹੈ। ਸਤਿਗੁਰ ਦਾ ਦਿੱਤਾ ਸੁਨੇਹਾ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਸਤਿਗੁਰ ਦੇ ਇਸ ਮੈਸੇਜ ਤੇ ਚੱਲਦਾ ਹੋਇਆ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਪਰ ਪਿਆਰਿਓ, ਇਸ ਗੁਰੂ ਨਾਨਕ ਦੀ ਧਰਤੀ ਤੇ ਗੁਰੂ ਨਾਨਕ ਦੇ ਸਿੱਖ ਨੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਣਾ। ਆਓ ਜਰਾ ਪਿਆਰ ਦੇ ਨਾਲ ਸੁਣਨ ਦਾ ਯਤਨ ਕਰਨਾ ਕਿ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਜੇ ਆਪਣੀ ਆਈ ਤੇ ਆ ਜਾਵੇ ਤੇ ਫਿਰ ਤੁਹਾਨੂੰ ਤੇਰੇ ਹੀ ਰਾਤ ਤਾਰੇ ਰਾਤ ਤੇ ਦਿਖਾ ਦੇਵੇਗਾ, ਤੁਹਾਨੂੰ ਲੋਹੇ ਦੇ ਚਣੇ ਚਬਾ ਦੇਵੇਗਾ। ਇਹ ਗੁਰੂ ਨਾਨਕ ਦੀ ਧਰਤੀ ਤੇ ਕਣ ਕਣ ਚੋਂ ਨਗਾਰੇ ਬੋਲਣਗੇ। ਬਾਗੀ ਸੂਰਮੇ ਇਸ ਧਰਤੀ ਤੇ ਪੈਦਾ ਹੋਏ ਜਿਹੜੇ ਬਾਗੀ ਸੂਰਮੇ, ਉਹਦੇ ਨਗਾਰੇ ਜੈਕਾਰੇ ਸੁਣ ਸੁਣ ਕੇ ਤੇਰੇ ਤਖਤ ਦਿੱਲੀਏ ਡੋਲਣਗੇ। ਇਹ ਧਰਤੀ ਹੈ ਗੁਰੂ ਨਾਨਕ ਦੀ, ਕਣ ਕਣ ਚੋਂ ਨਗਾਰੇ ਬੋਲਣਗੇ। ਬਾਕੀ ਨਾਰੇ ਸੁਣ ਸੁਣ ਕੇ ਤੇਰੇ ਤਖਤ ਦਿੱਲੀਏ ਡੋਲਣਗੇ। ਇਹ ਧਰਤੀ ਹੈ ਗੁਰੂ ਨਾਨਕ ਦੀ, ਕਣ ਕਣ ਚੋਂ ਨਗਾਰੇ ਬੋਲਣਗੇ। ਬਾਕੀ ਨਾਰੇ ਸੁਣ ਸੁਣ ਕੇ ਤੇਰੇ ਤਖਤ ਦਿੱਲੀਏ ਡੋਲਣਗੇ। ਸੂਰ ਮੇਰੇ ਪੰਜਾਬੀ ਨੀ, ਸੂਰ ਮੇਰੇ ਪੰਜਾਬੀ ਨੀ, ਪੰਜਾਬ ਦੀ ਕਿਸਮਤ ਖੋਲਣਗੇ। ਇਹ ਧਰਤੀ ਹੈ ਗੁਰੂ ਨਾਨਕ ਦੀ, ਕਣ ਕਣ ਚੋਂ ਨਗਾਰੇ ਬੋਲਣਗੇ। ਬਾਕੀ ਨਾਰੇ ਸੁਣ ਸੁਣ ਕੇ ਤੇਰੇ ਤਖਤ ਦਿੱਲੀਏ ਡੋਲਣਗੇ। ਗੁਰੂਆਂ ਦੀ ਕਿਰਸਾਨੀ ਤੇ ਅੱਜ ਨਜ਼ਰ ਕਮੀ ਨਹੀਂ ਪਾਈ ਤੂੰ। ਆਪਣੀ ਹੀ ਤਬਾਹੀ ਦੀ ਆਪੇ ਹੀ ਪਿਆਤ ਬਣਾਈ ਤੂੰ। ਗੁਰੂਆਂ ਦੀ ਕਿਰਸਾਨੀ ਤੇ ਅੱਜ ਨਜ਼ਰ ਕਮੀ ਨਹੀਂ ਪਾਈ ਤੂੰ। ਆਪਣੀ ਹੀ ਤਬਾਹੀ ਦੀ ਆਪੇ ਹੀ ਪਿਆਤ ਬਣਾਈ ਤੂੰ। ਤੇਰਾ ਤੇਰਾ ਤੋਲਣ ਵਾਲੇ ਤੈਨੂੰ ਤਕੜੀ ਪਾ ਕੇ ਤੋਲਣਗੇ। ਇਹ ਧਰਤੀ ਹੈ ਗੁਰੂ ਨਾਨਕ ਦੀ, ਕਣ ਕਣ ਚੋਂ ਨਗਾਰੇ ਬੋਲਣਗੇ। ਬਾਕੀ ਨਾਰੇ ਸੁਣ ਸੁਣ ਕੇ ਤੇਰੇ ਤਖਤ ਦਿੱਲੀਏ ਡੋਲਣਗੇ। ਚੱਪਾ ਚੱਪਾ ਭਾਰਤ ਦਾ, ਮੁਰੀਦ ਹੈ ਤੇਗ ਬਹਾਦਰ ਦਾ। ਤੂੰ ਵੀ ਸ਼ੁਕਰ ਮਨਾਇਆ ਕਰ ਉਸ ਤੌਲ ਧਰਮ ਦੀ ਚਾਦਰ ਦਾ। ਚੱਪਾ ਚੱਪਾ ਭਾਰਤ ਦਾ, ਕਰ ਜਾਈ ਤੇਗ ਬਹਾਦਰ ਦਾ। ਤੂੰ ਵੀ ਸ਼ੁਕਰ ਮਨਾਇਆ ਕਰ ਉਸ ਤੌਲ ਧਰਮ ਦੀ ਚਾਦਰ ਦਾ। ਬਾਕੀ ਜਿਨ੍ਹਾਂ ਦੀ ਤੂੰ ਲਾਉਣੀ ਏ, ਜਿਨ੍ਹਾਂ ਦੀ ਤੂੰ ਲਾਉਣੀ ਏ, ਤੈਨੂੰ ਪੈਰਾਂ ਥੱਲੇ ਰੋਲਣਗੇ। ਇਹ ਧਰਤੀ ਹੈ ਗੁਰੂ ਨਾਨਕ ਦੀ, ਕਣ ਕਣ ਚੋਂ ਨਗਾਰੇ ਬੋਲਣਗੇ। ਬਾਕੀ ਨਾਰੇ ਸੁਣ ਸੁਣ ਕੇ ਤੇਰੇ ਤਖਤ ਦਿੱਲੀਏ ਡੋਲਣਗੇ।
ਨਾਨਕ ਦੀ ਕਣ ਕਣ ਚੋਂ ਨਗਾਰੇ ਬੋਲਣਗੇ। ਗੁਰੂ ਪਿਆਰਿਓ, ਜਦੋਂ ਵੀ ਕਦੇ ਇਸ ਦੇਸ਼ ਤੇ ਬਿਪਤਾ ਬਣੀ ਤੇ ਪੰਜਾਬ ਵਾਸੀਆਂ ਨੇ ਆਪਣਾ ਖੂਨ ਬਹਾ ਦਿੱਤਾ ਇਸ ਦੇ ਲਈ। ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪਈ, ਹੱਸ ਕੇ ਭਰੀ ਪੰਜਾਬੀਆਂ ਨੇ। ਜਦ ਵੀ ਖੂਨ ਦੀ ਨਦੀ ਵਿੱਚ ਕਾਗ ਆਈ, ਛਾਲਾ ਮਾਰ ਕੇ ਤਰੀ ਪੰਜਾਬੀਆਂ ਨੇ। ਜਦੋਂ ਰਚਿਆ ਸਵੰਬਰ ਕਦੇ ਵਿਧ ਮਾਤਾ, ਲਾੜੀ ਮੌਤ ਸੀ ਵਰੀ ਪੰਜਾਬੀਆਂ ਨੇ। ਆ ਚੌ ਪਾਸਿਓਂ ਕਿਤੋਂ ਵੀ ਆਈ ਗੋਲੀ, ਪਹਿਲਾਂ ਇੱਕ ਵਿੱਚ ਜਰੀ ਪੰਜਾਬੀਆਂ ਨੇ। ਇੱਕ ਧਰਤ ਪੰਜਾਬ ਦੀ ਦੇਸ਼ ਅੰਦਰ ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਹੈ। ਇੱਕ ਮਾਂ ਪੰਜਾਬਣ ਹੈ ਖਾਲਸੇ ਦੀ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਇਤਿਹਾਸ ਤੋਂ ਅਸੀਂ ਅਣਜਾਣ ਨਹੀਂ, ਇਤਿਹਾਸ ਤੋਂ ਆਪਾਂ ਸਾਰੇ ਜਾਣੂ ਹਾਂ। ਗੁਰੂ ਪਿਆਰੇ, ਜਦੋਂ ਦੇਸ਼ ਦੀ ਆਜ਼ਾਦੀ ਹੋਈ ਹੈ, ਦੇਸ਼ ਆਜ਼ਾਦ ਹੋਇਆ, ਆਪਾਂ ਆਜ਼ਾਦ ਨਹੀਂ ਹੋਏ, ਪੰਜਾਬ ਆਜ਼ਾਦ ਨਹੀਂ ਹੋਇਆ। ਸਾਨੂੰ ਤੇ ਫੇਰ ਪੰਜਾਬ ਦੇ ਲਈ ਪੰਜਾਬੀ ਸੂਬਾ ਮੋਰਚਾ ਲਗਵਾਉਣਾ ਪਿਆ। ਪਰ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਿੰਨੀਆਂ ਅਸੀਂ ਕੁਰਬਾਨੀਆਂ ਕੀਤੀਆਂ, ਉਹਦਾ ਕੋਡੀ ਮੁੱਲ ਵੀ ਨਾ ਪਿਆ। ਅਜੇ 1 ਮਹੀਨਾ ਵੀ ਨਹੀਂ ਸੀ ਹੋਇਆ ਦੇਸ਼ ਆਜ਼ਾਦ ਹੋਏ ਨੂੰ, ਜਿਸ ਦਿਨ ਸਾਡੇ ਗਲਾਂ ਦੇ ਵਿੱਚ ਤਗਮੇ ਪਾਏ ਗਏ। ਕਹਿ ਦਿੱਤਾ ਗਿਆ ਕਿ ਜਰਾਇਮ ਪੇਸ਼ਾ ਕੌਮ ਨੇ, ਡਾਕੂ ਨੇ, ਲੁਟੇਰੇ ਨੇ, ਇਹਨਾਂ ਤੇ ਸਖਤ ਨਜ਼ਰ ਰੱਖੀ ਜਾਵੇ। ਆ ਜਿਹੜਾ ਇਨਾਮ ਦਿੱਤਾ ਗਿਆ ਸੀ ਸਾਨੂੰ। ਤੇ ਗੁਰੂ ਪਿਆਰਿਓ, ਅਸੀਂ ਤੇ ਦੇਸ਼ ਦੀ ਆਜ਼ਾਦੀ ਤੋਂ ਛੇਤੀ ਬਾਅਦ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ। ਤਾਂ ਹੀ ਤਾਂ ਕਿਸੇ ਨੇ ਸੱਚ ਆਖਿਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ। ਅੱਜ ਹੀ ਨਵਾਂ ਮੋਰਚਾ ਨਹੀਂ ਲੱਗਾ, ਆਪਾਂ ਤੇ ਸ਼ੁਰੂ ਤੋਂ ਜਦੋਂ ਤੋਂ ਜੰਮੇ ਮੋਰਚੇ ਹੀ ਲਾਉਂਦੇ ਆਏ ਪੰਜਾਬੀ। ਗੁਰੂ ਪਿਆਰਿਓ, ਜਦੋਂ ਵੀ ਇਸ ਦੇਸ਼ ਤੇ ਕੋਈ ਹਮਲਾਵਰ ਚੜ ਕੇ ਆਉਂਦਾ ਸੀ, ਸਭ ਤੋਂ ਪਹਿਲਾਂ ਬਾਰਡਰ ਤੇ ਪੰਜਾਬ ਰਹਿੰਦਾ ਸੀ। ਤੇ ਆ ਦਰਾ ਖੇਬਰ ਦਾ ਬੂਆ ਕਿਸੇ ਹੋਰ ਨੇ ਬੰਦ ਨਹੀਂ ਕੀਤਾ, ਇਹ ਕਲਗੀਧਰ ਦੇ ਲਾਲਾ ਨੇ ਹੀ ਬੰਦ ਕੀਤਾ ਸੀ। ਇਹ ਹਰੀ ਸਿੰਘ ਨਲੂਏ ਵਰਗਿਆਂ ਨੇ ਬੰਦ ਕੀਤਾ ਸੀ। ਇਹ ਅਕਾਲੀ ਫੂਲਾ ਸਿੰਘ ਵਰਗਿਆਂ ਨੇ ਬੰਦ ਕੀਤਾ ਸੀ। ਇਹ ਸ਼ਾਮ ਸਿੰਘ ਅਟਾਰੀ ਵਰਗਿਆਂ ਨੇ ਬੰਦ ਕੀਤਾ ਸੀ। ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਬੰਦ ਕੀਤਾ ਸੀ। ਤੇ ਪਰ ਸਾਨੂੰ ਤਗਮੇ ਕੀ ਮਿਲੇ ਕਿ ਜਰਾਇਮ ਪੇਸ਼ਾ ਨੇ, ਡਾਕੂ ਨੇ, ਲੁਟੇਰੇ ਨੇ, ਇਹਨਾਂ ਤੇ ਸਖਤ ਨਜ਼ਰ ਰੱਖੀ ਜਾਵੇ। ਅਸੀਂ ਪੰਜਾਬੀ ਸੂਬਾ ਮੋਰਚਾ ਲਗਾਇਆ ਤੇ ਸਾਨੂੰ ਵਿੱਚੋਂ ਹਰਿਆਣਾ ਕੱਢ ਦਿੱਤਾ ਗਿਆ, ਹਿਮਾਚਲ ਪ੍ਰਦੇਸ਼ ਕੱਢ ਦਿੱਤਾ ਗਿਆ ਤੇ ਸਾਨੂੰ ਲੰਗੜਾ ਲੂਲਾ ਪੰਜਾਬ ਦੇ ਦਿੱਤਾ ਗਿਆ। ਅਸੀਂ ਪਾਣੀਆਂ ਦੇ ਲਈ ਮੋਰਚੇ ਲਗਾਏ। ਤੁਸੀਂ ਸਾਰਿਆਂ ਨੇ ਸਵੇਰ ਤੋਂ ਲੈ ਕੇ ਜਦੋਂ ਤੋਂ ਇਹ ਪ੍ਰਾਰੰਭਤਾ ਹੋਈ ਹੈ ਇਸ ਸਮਾਗਮ ਦੀ, ਇਸ ਪ੍ਰੋਗਰਾਮ ਦੀ, ਉਦੋਂ ਤੋਂ ਤੁਸੀਂ ਸੁਣ ਰਹੇ ਹੋ। ਗੁਰੂ ਪਿਆਰਿਓ, ਪਾਣੀ ਸਾਡਾ ਫ੍ਰੀ ਦੇ ਵਿੱਚ ਦਿੱਤਾ ਜਾਂਦਾ ਤੇ ਜਿਹੜੀ ਚੀਜ਼ ਦੀ ਸਾਨੂੰ ਲੋੜ ਪਵੇ ਉਹ ਸਾਨੂੰ ਮੁੱਲ ਮਿਲਦੀ ਦੂਸਰੀ ਸਟੇਟ ਤੋਂ। ਸਾਡੀ ਬਿਜਲੀ ਬਿਹਾਰ ਨੂੰ ਫ੍ਰੀ ਵਿੱਚ ਦਿੱਤੀ ਜਾਂਦੀ ਹੈ ਤੇ ਬਿਹਾਰ ਵਰਗਿਆਂ ਤੋਂ ਕੋਲਾ ਲਿਆ ਕੇ ਬਿਹਾਰ ਤੋਂ ਮਹਿੰਗੇ ਭਾਅ ਦਾ ਉਹਦੇ ਨਾਲ ਸਾਡੇ ਪੰਜਾਬ ਵਿੱਚ ਬਿਜਲੀ ਬਣਾਈ ਜਾਂਦੀ ਹੈ ਤੇ ਸਾਨੂੰ ਮਹਿੰਗੇ ਮੁੱਲ ਦਿੱਤੀ ਜਾਂਦੀ ਹੈ। ਸਦਾ ਤੋਂ ਹੀ ਪੰਜਾਬ ਦੇ ਨਾਲ ਵਿਤਕਰਾ, ਸਦਾ ਤੋਂ ਹੀ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਗੁਰੂ ਪਿਆਰਿਓ, ਕਿੱਥੇ ਕਿੱਥੇ ਇਹਨਾਂ ਦੇ ਰੋਣੇ ਰੋਵਾਂਗੇ। ਕਦੇ ਸ਼ੇਰੇ ਪੰਜਾਬ ਦੇ ਰਾਜ ਨੂੰ ਆਜ਼ਾਦ ਕਰੀਏ। ਉਹਨਾਂ ਦਾ ਰਾਜ ਸੀ 40 ਸਾਲ ਦਾ ਤੇ 40 ਸਾਲ ਦੇ ਰਾਜ ਭਾਗ ਦੇ ਅੰਦਰ ਇੱਕ ਵੀ ਆਦਮੀ ਨੂੰ, ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ ਗਈ ਸੀ। ਤੇ ਅੱਜ ਦੇਸ਼ ਆਜ਼ਾਦ ਹੋਏ ਨੂੰ ਜਿੰਨਾ ਕੁ ਸਮਾਂ ਆਇਆ, ਇਹਦੇ ਵਿੱਚ ਪਤਾ ਨਹੀਂ ਪੰਜਾਬ ਦੇ ਜੰਮਿਆਂ ਨੂੰ ਕਿੰਨਿਆਂ ਨੂੰ ਫਾਂਸੀਆਂ, ਕਿੰਨਿਆਂ ਨੂੰ ਹੋਰ ਸਜ਼ਾਵਾਂ, ਕਿੰਨਿਆਂ ਨੂੰ ਜੇਲਾਂ ਭੁਗਤ ਚੁੱਕੇ, ਆਪਣੀਆਂ ਸਜ਼ਾਵਾਂ ਭੁਗਤ ਚੁੱਕੇ। ਅੱਜ ਤੱਕ ਉਹਨਾਂ ਨੂੰ ਜੇਲਾਂ ਤੋਂ ਰਿਹਾ ਨਹੀਂ ਕੀਤਾ ਗਿਆ। ਤੇ ਆ ਨਵਾਂ ਹੀ ਬਣਾ ਕੇ ਕਾਨੂੰਨ ਸਾਡੇ ਮੱਥੇ ਮੜ ਦਿੱਤਾ ਗਿਆ। ਇਹਦਾ ਮਤਲਬ ਪੰਜਾਬ ਦੀ ਇਸ ਇੰਨੀ ਵਧੀਆ ਜ਼ਮੀਨ ਤੇ ਕਬਜ਼ਾ ਕਰਨ ਦੇ ਜਿਹੜੇ ਤਰੀਕੇ ਉਹ ਅਪਣਾਏ ਜਾ ਰਹੇ ਨੇ। ਪਰ ਪਿਆਰਿਓ, ਇਹ ਪੰਜਾਬੀ ਇਸ ਤਰ੍ਹਾਂ ਦਾ ਨਹੀਂ ਕਿ ਚੁੱਪ ਕਰਕੇ ਬੈਠ ਜਾਵੇਗਾ। ਇਹ ਤੇ ਸੀਨੇ ਤੇ ਸਹਿ ਲੈਂਦਾ ਏ ਸੱਟਾਂ, ਆਪਣੀ ਜਿੰਦ ਤਲੀ ਤੇ ਰੱਖ ਲੈਂਦਾ ਏ। ਪਰ ਜਿਹਦੇ ਨਾਲ ਵੀ ਮੱਥਾ ਲਾਉਣਾ ਪਵੇ ਜ਼ਾਲਮ ਦੇ ਨਾਲ, ਮੱਥਾ ਲਾ ਲੈਂਦਾ ਏ। ਲਾਹੌਰ ਤੇ ਦਿੱਲੀ ਦੇ ਤਖਤ ਤੇ ਹਮੇਸ਼ਾ ਇਸ ਤਰ੍ਹਾਂ ਦੇ ਜ਼ਾਲਮ ਬੈਠਦੇ ਹੀ ਆਏ। ਪਰ ਪਿਆਰਿਓ, ਇਸ ਪੰਜਾਬੀ ਨੇ ਕਦੇ ਹਾਰ ਨਹੀਂ ਮੰਨੀ, ਕਦੇ ਬੈਠਾ ਨਹੀਂ ਚੁੱਪ ਕਰਕੇ। ਇਹ ਹਮੇਸ਼ਾ ਜ਼ੁਲਮ ਦੇ ਨਾਲ ਟੱਕਰਾ ਲੈਂਦਾ ਰਿਹਾ। ਦਿੱਲੀ ਦਿਲ ਮੁੱਢੋਂ ਜੁਗ ਕਰਦੀਆਂ ਦਾ ਸਾਨੂੰ ਸਦਾ ਤਰੀਕੇ ਦੱਸਦੀ ਰਹੀ। ਇੱਕ ਆਖੇ ਦੀ ਸ਼ਮ ਰਹੀ ਰੋਂਦੀ, ਇੱਕ ਆਖੇ ਦੀ ਖੇੜ ਹੱਸਦੀ ਰਹੀ। ਬਸ ਕੇ ਉਜੜਦੀ ਰਹੀ ਦਿੱਲੀ, ਉਜੜ ਕੇ ਸਦਾਏ ਬਸਦੀ ਰਹੀ। ਇੱਥੇ ਮੁਗਲ ਚਗੱਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਰਚਾਣ ਆਇਆ। ਇੱਕ ਤੇਗ ਬਹਾਦਰ ਨੂੰ ਵੇਖਿਆ ਮੈਂ, ਜਿਹੜਾ ਕਿਸੇ ਲਈ ਹੁਣ ਕੁਰਬਾਨ ਆਇਆ।
ਇਹ ਭੁੱਲ ਗਏ ਸਾਡੇ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਨੂੰ, ਇਹ ਭੁੱਲ ਗਏ ਸਾਡੇ ਪੰਚਮ ਪਾਤਸ਼ਾਹ ਦੀ ਕੁਰਬਾਨੀ ਨੂੰ, ਇਹ ਭੁੱਲ ਗਏ ਸਾਡੇ ਯੋਧਿਆਂ ਨੂੰ, ਸਰਦਾਰ ਭਗਤ ਸਿੰਘ ਨੂੰ, ਸਰਦਾਰ ਊਧਮ ਸਿੰਘ ਨੂੰ, ਕਰਤਾਰ ਸਿੰਘ ਸਰਾਭੇ ਵਰਗਿਆਂ ਨੂੰ, ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕੀਤੀਆਂ। ਤੇ ਗੁਰੂ ਪਿਆਰਿਓ, ਪਰ ਪੰਜਾਬੀ ਚੁੱਪ ਕਰਕੇ ਨਹੀਂ ਬੈਠਾ। ਜੇ ਪੰਜਾਬੀ ਆਪਣੀ ਰਾਈ ਤੇ ਆ ਗਿਆ ਤੇ ਦਿੱਲੀ ਦੀਆਂ ਪਾਰਕਾਂ ਦੇ ਵਿੱਚ ਵੀ ਝੋਨਾ ਲਗਾ ਦਿੱਤਾ ਜਾਵੇਗਾ। ਸੋਨਾ ਜਰਾ ਪਿਆਰ ਦੇ ਨਾਲ ਢਾਡੀ ਜਥਾ ਆਪ ਦੀ ਸੇਵਾ ਦੇ ਵਿੱਚ ਸੂਰਮੇ ਝੋਨਾ ਦਿੱਲੀ ਦੀਆਂ ਪਾਰਕਾਂ ਚਲਾ ਦੇਣਗੇ। ਆਪਣੀ ਆਈ ਤੇ ਜਦੋਂ ਆ ਗਏ ਸੂਰਮੇ ਝੋਨਾ ਦਿੱਲੀ ਦੀਆਂ ਪਾਰਕਾਂ ਚਲਾ ਦੇਣਗੇ। ਸਾਡੀਆਂ ਜ਼ਮੀਨਾਂ ਮੋਤੀ ਫਿਰੇ ਪੂੰਛ ਉੱਤੇ ਪੈਰ ਸ਼ੇਰਾਂ ਨੂੰ ਜਗਾਉਣ ਨੂੰ। ਸਾਡੀਆਂ ਜ਼ਮੀਨਾਂ ਮੋਤੀ ਫਿਰੇ ਕੋਣ ਨੂੰ ਰੱਖੇ ਪੂੰਛ ਉੱਤੇ ਪੈਰ ਸ਼ੇਰਾਂ ਨੂੰ ਜਗਾਉਣ ਨੂੰ। ਇਹਨੂੰ ਹੱਲ ਪਾਉਣ ਵਾਲੇ ਸੱਚ ਪਾ ਦੇਣਗੇ, ਹੱਲ ਪਾਉਣ ਵਾਲੇ ਸੱਚ ਪਾ ਦੇਣਗੇ। ਆਪਣੀ ਆਈ ਤੇ ਜਦੋਂ ਆ ਗਏ ਸੂਰਮੇ ਝੋਨਾ ਦਿੱਲੀ ਦੇ ਪਾਰਕਾਂ ਚਲਾ ਦੇਣਗੇ। ਆਪਣੀ ਆਈ ਤੇ ਜਦੋਂ ਆ ਗਏ ਸੂਰਮੇ ਝੋਨਾ ਦਿੱਲੀ ਦੇ ਪਾਰਕਾਂ ਚਲਾ ਦੇਣਗੇ।
ਜਦੋਂ ਆ ਗਏ ਸੂਰਮੇ ਝੋਨਾ ਦਿੱਲੀ ਦੇ ਪਾਰਕਾਂ ਚ ਲਾ ਦੇਣਗੇ। ਅਸੀਂ ਉਹ ਹਾਂ ਜਿਨ੍ਹਾਂ ਦੇ ਸੀਨਿਆਂ ਨੇ ਤਿੱਖੇ ਮੁਨੇਜਿਆਂ ਦੇ ਮੂੰਹ ਮੋੜ ਸੁੱਟੇ। ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਖੋਲੇ ਖੰਭ ਤੇ ਪਿੰਜਰੇ ਤੋੜ ਛੱਡੇ। ਸਾਡਾ ਮੂੰਹ ਮਹਾਂਦਰਾ ਵੱਖਰਾ ਹੈ, ਸਾਡਾ ਮੂੰਹ ਮਹਾਂਦਰਾ ਵੱਖਰਾ ਹੈ। ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ। ਸਾਡੀ ਮੌਤ ਜਹਾਨ ਤੋਂ ਵੱਖਰੀ ਹੈ। ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ। ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦੇ। ਤੁਰਿਆ ਆਉਂਦਾ ਏ ਸਾਡਾ ਪ੍ਰਸੰਗ ਵੱਖਰਾ। ਗੁਰੂ ਪਿਆਰਿਓ, ਪੰਜਾਬ ਦੀ ਧਰਤੀ ਨੇ ਐਸੇ ਪੁੱਤ ਪੈਦਾ ਕੀਤੇ ਜਿਹੜੇ ਹਮੇਸ਼ਾ ਜ਼ੁਲਮ ਦੇ ਨਾਲ ਟਕਰਾਉਂਦੀ ਰਹੇ। ਮੇਰੇ ਬਹੁਤ ਹੀ ਸਤਿਕਾਰਯੋਗ, ਮੈਨੂੰ ਲੱਗਦਾ ਹੈ ਮੇਰੇ ਛੋਟੇ ਵੀਰ ਗੰਗਾ ਨਗਰ ਤੋਂ ਜਿਹੜੇ ਆਏ ਸੀ, ਉਹਨਾਂ ਨੇ ਤੁਹਾਡੇ ਨਾਲ ਅਜਿਹੀਆਂ ਡੂੰਘੀਆਂ ਸਾਂਝਾਂ ਪਾਈਆਂ ਜਿਹੜੇ ਕਾਨੂੰਨਾਂ ਦਾ ਤੇ ਜੋ ਕੁਝ ਸਾਡੇ ਨਾਲ ਹੁੰਦਾ ਸਾਨੂੰ ਸ਼ਾਇਦ ਨਾ ਪਤਾ ਹੋਵੇ, ਅਸੀਂ ਉਹਨਾਂ ਤੋਂ ਅਣਜਾਣ ਹੋਈਏ। ਇਹ ਵਿਚਾਰਾਂ ਉਹਨਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਸਾਨੂੰ ਸੋਚਣਾ ਪਵੇਗਾ ਉਹਨਾਂ ਗੱਲਾਂ ਦੇ ਬਦਲੇ ਕਿ ਨਾ ਸਾਡੀ ਫਸਲ ਦਾ ਮੁੱਲ ਤੇ ਨਾ ਹੀ ਸਾਡੀ ਫਸਲ ਦੀ ਸਾਂਭ ਸੰਭਾਲ, ਨਾ ਸਾਡੇ ਕੋਲ ਸਟੋਰ ਅਸੀਂ ਉਹਨਾਂ ਨੂੰ ਸੰਭਾਲ ਸਕੀਏ ਤੇ ਨਾ ਕਿਸਾਨ ਨੂੰ ਕੋਈ ਹੱਕ ਕਿ ਉਹ ਆਪਣੀ ਫਸਲ ਦੇ ਲਈ ਸਟੋਰ ਬਣਾ ਸਕੇ ਤੇ ਉਹਨਾਂ ਨੂੰ ਸੰਭਾਲ ਸਕੇ। ਲਿਮਟ ਹੈ ਬਹੁਤ ਥੋੜੀ ਜਿਹੀ ਕਿ ਕਿਸਾਨ ਇੰਨੀ ਕੁ ਚੀਜ਼ ਆਪਣੇ ਕੋਲ ਰੱਖ ਸਕਦਾ। ਬਾਕੀ ਸਰਕਾਰ ਦੀ ਹੀ ਮਰਜ਼ੀ ਉਹਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਮੇਰੇ ਗੁਰੂ ਪਿਆਰਿਓ, ਇਤਿਹਾਸ ਸਦਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ। ਮੈਂ ਇੱਕ ਗੱਲ ਕਹਿ ਜਾਵਾਂ ਤੇ ਕੋਈ ਅੱਤ ਕਥਨੀ ਨਹੀਂ। ਮੈਂ ਇੱਕ ਕਵਿਤਾ ਲਾਸਟ ਤੁਹਾਡੇ ਨਾਲ 5 ਮਿੰਟਾਂ ਵਿੱਚ ਸਾਂਝੀ ਕਰਕੇ ਖਿਮਾ ਦੇ ਜਾਚਕ ਹੋ ਜਾਣਾ ਹੈ। ਗੁਰੂ ਪਿਆਰਿਓ, ਬਹੁਤ ਵਾਰ ਸਾਨੂੰ ਇੰਝ ਲੱਗਦਾ ਹੈ ਕਿ ਇੱਥੇ ਆਹ ਗੱਲ ਨਾ ਕੀਤੀ ਜਾਵੇ। ਕਈਆਂ ਨੇ ਇਹ ਵੀ ਕਹਿਣਾ ਭਿੰਡਰਾਂ ਵਾਲਿਆਂ ਦਾ ਨਾਮ ਨਾ ਲਿਆ ਜਾਵੇ। ਗੁਰੂ ਪਿਆਰਿਓ, ਯੋਧਾ ਭਿੰਡਰਾਂ ਵਾਲਾ ਜਿਹਨੇ ਸਾਨੂੰ ਅਣਖ ਦਾ ਜੀਣਾ ਫਿਰ ਤੋਂ ਜਗਾਇਆ ਸਿਖਾਇਆ ਸੀ। ਮਰੀ ਹੋਈ ਜ਼ਮੀਰ ਨੂੰ ਫਿਰ ਇੱਕ ਤੋਂ ਵਾਰ ਜਗਾਇਆ, ਸੁੱਤੀ ਹੋਈ ਜ਼ਮੀਰ ਨੂੰ ਜਗਾਇਆ। ਭਿੰਡਰਾਂ ਵਾਲੇ ਜਰਨੈਲ ਸਿੰਘ ਖਾਲਸੇ ਨੇ ਐਸੀ ਕੌਮ ਨੂੰ ਪਾਣ ਚੜਾ ਦਿੱਤੀ ਜੰਜ ਜੋਧੀ ਜਰਨੈਲਾਂ ਦੀ ਕਰ ਇਕੱਠੀ ਤੇ ਲਾੜੀ ਮੌਤ ਪਰਨਾਉਣੀ ਸਿਖਾ ਦਿੱਤੀ। ਖੂਨ ਪੰਜਾਬੀਆਂ ਦਾ ਉਸਨੇ ਗਰਮ ਕੀਤਾ ਤੇ ਕਿਹਾ ਸਿੰਘੋ ਸੰਭਾਲੋ ਦਸਤਾਰ ਤਾਈ ਚਰਨ ਕੋਕਰੀ ਹੱਕਾਂ ਨੂੰ ਲੈਣ ਖਾਤਰ ਠਹਿਰੇ ਚੱਕ ਲੋ ਹੱਥ ਹਥਿਆਰ ਥਾਈ। ਸਾਨੂੰ ਹੱਕਾਂ ਲਈ ਜੂਝਣਾ ਸਿਖਾਇਆ। ਪਰ ਮੈਂ ਗੱਲ ਇਹ ਕਹਿਣਾ ਚਾਹ ਰਹੀ ਹਾਂ ਕਿ ਜਿਹੜਾ ਮਤਾ ਸੀ ਸ਼੍ਰੀ ਅਨੰਦਪੁਰ ਸਾਹਿਬ ਦਾ, ਉਹਦੇ ਵਿੱਚ ਕੀ ਸੀ? ਜੇ ਕਿਤੇ ਅਸੀਂ ਉਦੋਂ ਭਿੰਡਰਾਂ ਵਾਲਿਆਂ ਦਾ ਸਾਰੇ ਲੋਕਾਂ ਨੇ ਸਾਥ ਦਿੱਤਾ ਹੁੰਦਾ, ਸਾਡੀ ਕੌਮ ਦੇ ਵਿੱਚ ਗਦਾਰ ਨਾ ਹੁੰਦੇ ਤੇ ਅੱਜ ਸਾਨੂੰ ਆਹ ਬਿੱਲ ਦੇ ਵਿਰੋਧ ਵਿੱਚ ਮੋਰਚਾ ਨਹੀਂ ਸੀ ਲਾਉਣਾ ਪੈਣਾ। ਕਿਉਂਕਿ ਉਦੋਂ ਵੀ ਗੱਲ ਕਿਸਾਨ ਦੀ ਫਸਲ ਦੇ ਮੁੱਲ ਦੀ ਸੀ, ਉਦੋਂ ਵੀ ਗੱਲ ਸਾਡੇ ਪਾਣੀਆਂ ਦੀ ਸੀ, ਉਦੋਂ ਵੀ ਗੱਲ ਸਾਡੀ ਬਿਜਲੀ ਦੀ ਸੀ। ਅਸੀਂ ਸਾਥ ਨਹੀਂ ਦਿੱਤਾ, ਸਾਡੇ ਗਦਾਰਾਂ ਨੇ ਗਦਾਰੀ ਕੀਤੀ, ਸਾਡੇ ਆਪਣਿਆਂ ਨੇ ਗਦਾਰੀ ਕੀਤੀ। ਤੇ ਇੱਕ ਗੱਲ ਕਹਿ ਜਾਵਾਂ ਤਾਂ ਵੀ ਅੱਤ ਕਥਨੀ ਨਹੀਂ ਕਿ ਜਦੋਂ ਵੀ ਸਾਨੂੰ ਕੋਈ ਮਾਰਦਾ ਏ, ਸਾਡੇ ਤੇ ਵਾਰ ਕਰਦਾ, ਸਾਡਾ ਆਪਣਾ ਦੂਸਰੇ ਨੂੰ ਭੇਦ ਨਹੀਂ ਹੁੰਦਾ। ਸਾਡਾ ਜਿਹੜਾ ਨਿੱਜੀ ਦੋਸਤ, ਨਿੱਜੀ ਆਪਣਾ ਮਿੱਤਰ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਸਾਡੀ ਕਮਜ਼ੋਰੀ ਕੀ ਹੈ ਤੇ ਸਾਡੀ ਤਾਕਤ ਕੀ ਹੈ। ਤੇ ਗੁਰੂ ਪਿਆਰਿਓ, ਫਿਰ ਉਹ ਹੀ ਜਦੋਂ ਸਾਡੇ ਓਪੋਜਿਟ ਖੜਾ ਹੁੰਦਾ ਹੈ, ਉਹ ਹੀ ਸਾਨੂੰ ਮਾਰਦਾ ਹੈ। ਕਈ ਵਾਰ ਅਜ਼ਮਾ ਕੇ ਦੇਖਿਆ ਮੈਂ, ਜਦ ਵੀ ਦਗਾ ਕਮਾਇਆ ਤਾਂ ਆਪਣੇ ਨੇ। ਪੰਚਮ ਪਾਤਸ਼ਾਹ ਸੋਢੀ ਸੁਲਤਾਨ ਤਾਈ ਤੱਤੀ ਤਵੀ ਤੇ ਬਿਠਾਇਆ ਤਾਂ ਆਪਣੇ ਨੇ। 10ਵੇਂ ਗੁਰੂ ਦੇ ਨੈਣਾ ਦੇ ਤਾਰਿਆਂ ਨੂੰ ਨੀਹਾਂ ਵਿੱਚ ਚਣਵਾਇਆ ਤਾਂ ਆਪਣੇ ਨੇ। ਮੁਰਦਾ ਰੋਪਿਆ ਦਗੇਲੀ ਦੇਖ ਦੁਨੀਆ, ਲਾਂਬੂ ਚਖਾ ਨੂੰ ਲਾਇਆ ਤਾਂ ਆਪਣੇ ਨੇ। ਹਰ ਵਾਰ ਸਾਨੂੰ ਆਪਣਿਆਂ ਨੇ ਮਾਰਿਆ। ਤੇ ਜੇ ਗੁਰੂ ਪਿਆਰਿਓ ਉਦੋਂ ਸਾਥ ਦਿੱਤਾ ਹੁੰਦਾ, ਜੇ ਸਾਡੇ ਗਦਾਰ ਗਦਾਰੀ ਨਾ ਕਰਦੇ ਤੇ ਅੱਜ ਸਾਨੂੰ ਫਿਰ ਤੋਂ ਇਹ ਮੋਰਚੇ ਨਹੀਂ ਸੀ ਲਾਉਣੇ ਪੈਣੇ। ਪਰ ਦਿੱਲੀ ਨੂੰ ਤੇ ਪੰਜਾਬ ਪਹਿਲਾਂ ਤੋਂ ਪਸੰਦ ਨਹੀਂ ਆਇਆ। ਜਿਹੜਾ ਵੀ ਦਿੱਲੀ ਦੇ ਤਖਤ ਤੇ ਬੈਠਾ, ਉਹਨੂੰ ਨਾ ਪੰਜਾਬ ਦਾ ਜੰਮਿਆ ਪਸੰਦ ਆਇਆ ਤੇ ਨਾ ਹੀ ਪੰਜਾਬੀਆਂ ਦੇ ਨਾਲ ਵਿਤਕਰਾ ਕਰਨ ਤੋਂ ਟਲੇ। ਸਦਾ ਤੋਂ ਇਹ ਵਿਤਕਰਾ ਚੱਲਦਾ ਰਿਹਾ। ਬਾਬਰ ਕਿਆਂ ਦੀ ਤੇ ਬਾਬੇ ਕਿਆਂ ਦੀ ਟੱਕਰ ਮੁੱਢ ਤੋਂ ਚੱਲਦੀ ਆਈ ਤੇ ਅੱਜ ਕੱਲ ਚੱਲਦੀ ਹੀ ਰਹੀ, ਅੱਜ ਤੱਕ ਚੱਲਦੀ ਹੀ ਰਹੀ। ਗੁਰੂ ਪਿਆਰਿਓ, ਅਸਲ ਦੇ ਵਿੱਚ ਜਿਹੜੀ ਦਿੱਲੀ ਹੈ ਉਹ ਪੰਜਾਬ ਤੇ ਕਾਬਜ਼ ਹੋਣਾ ਚਾਹੁੰਦੀ ਹੈ ਕਿ ਇਸ ਪੰਜਾਬੀ ਨੂੰ, ਪੰਜਾਬੀਅਤ ਨੂੰ ਤੇ ਪੰਜਾਬੀਆਂ ਨੂੰ ਖਤਮ ਕਰ ਦਿੱਤਾ ਜਾਵੇ। ਤੇ ਇਸ ਪੰਜਾਬ ਦੀ ਧਰਤੀ ਤੇ ਇਹ ਜਿਹੜੀ ਇੰਨੀ ਵਧੀਆ ਜ਼ਮੀਨ, ਪਿਆਰਿਓ, ਨਾ ਇਹਦੇ ਵਰਗਾ ਪਾਣੀ, ਨਾ ਇਹਦੇ ਵਰਗੀ ਮਿੱਟੀ, ਨਾ ਇਹਦੇ ਵਰਗੀ ਫਸਲ ਕਿਸੇ ਵੀ ਹੋਰ ਧਰਤੀ ਤੇ ਪੈਦਾ ਨਹੀਂ ਹੁੰਦੀ। ਇਸ ਧਰਤੀ ਵਰਗਾ ਤੇ ਪਿਆਰ ਵੀ ਕਿਤੇ ਨਹੀਂ ਮਿਲਦਾ। ਇਸੇ ਕਰਕੇ ਪੰਜਾਬੀਆਂ ਨਾਲ ਦੁਸ਼ਮਣੀ ਹੈ, ਇਹਨਾਂ ਨੂੰ ਖਤਮ ਕਰ ਦਿਓ। ਸੱਚ ਕਿਹਾ ਸੀ ਮੇਰੇ ਵੀਰ ਜੀ ਨੇ ਕਿ ਇੱਕ
ਬਹੁਤ ਸਾਰਾ ਪੈਸਾ ਲਾਇਆ ਗਿਆ ਸੀ ਕਿ ਦੋ ਹੀ ਕਾਫੀ ਹੋਰ ਤੋਂ ਮਾਫੀ, ਤੇ ਸੱਚਮੁੱਚ ਇਸ ਨਾਰੇ ਨੂੰ ਪੰਜਾਬੀਆਂ ਨੇ ਕਬੂਲ ਕੀਤਾ। ਆਪਣੇ ਹੀ ਘਰਾਂ ਵਿੱਚ ਇੱਕ ਬੱਚਾ ਰਹਿ ਗਿਆ, ਬਾਕੀ ਸਟੇਟਾਂ ਦੇ ਵਿੱਚ ਤੇ ਗਿਣਤੀ ਘਟੀ ਨਹੀਂ, ਆਪਣੀ ਹੀ ਗਿਣਤੀ ਘਟ ਗਈ। ਤੇ ਸਾਨੂੰ ਫੇਰ ਇਹ ਕਿਹਾ ਜਾਂਦਾ ਕਿ 2% ਨੇ ਸਾਡੀ ਗਿਣਤੀ ਤੇ ਆਟੇ ਦੇ ਵਿੱਚ ਲੂਣ ਦੇ ਬਰਾਬਰ ਗਿਣੀ ਗਈ। ਪਰ ਗੁਰੂ ਪਿਆਰੇ ਇੱਕ ਗੱਲ ਯਾਦ ਰੱਖਣਾ, ਇੱਜੜ ਭੇਡਾਂ ਦੇ ਹੋਇਆ ਕਰਦੇ ਨੇ, ਸ਼ੇਰਾਂ ਦੇ ਕਦੇ ਇੱਜੜ ਨਹੀਂ ਹੁੰਦੇ, ਝੁੰਡ ਗਿੱਦੜਾਂ ਦੇ ਹੋਇਆ ਕਰਦੇ ਨੇ, ਸ਼ੇਰਾਂ ਦੇ ਇੱਜੜ ਨਹੀਂ ਹੁੰਦੇ। ਸ਼ੇਰ ਤੇ ਕੱਲਾ ਹੀ ਵਕਦਾ ਫਿਰਦਾ, ਕਲਗੀਧਰ ਦਾ ਤੇ ਕੱਲਾ ਹੀ ਲਾਲ 1.25 ਲੱਖ ਦਾ ਟਾਕਰਾ ਕਰ ਜਾਂਦਾ, ਕਿਉਂਕਿ ਇਹਨੂੰ ਮੌਤ ਦਾ ਕੋਈ ਭੈ ਨਹੀਂ, ਮੌਤ ਦਾ ਕੋਈ ਡਰ ਨਹੀਂ। ਮੌਤ ਤੇ ਜ਼ਿੰਦਗੀ ਦਾ ਫਰਕ ਬਾਜਾਂ ਵਾਲੇ ਸ਼ਹਿਨशाह ਨੇ ਨੂੰ ਸਮਝਾ ਦਿੱਤਾ ਸੀ। ਕਿੰਨਾ ਫਰਕ ਹੈ ਮੌਤ ਤੇ ਜ਼ਿੰਦਗੀ ਵਿੱਚ। ਇਹ ਪੇਗ ਦੀ ਨੋਕ ਤੇ ਹਾੜ ਲਏਗਾ, ਇਹਨੇ ਲੋਕਾਂ ਦੇ ਦਿਲੋਂ ਬਾਦ ਕਰਨੇ, ਝੁੱਗਾ ਆਪਣਾ ਆਪ ਉਹ ਝਾੜ ਲਏਗਾ, ਰਾਖਾ ਬਣੂ ਗਰੀਬਾਂ ਦੇ ਢਾਰਿਆਂ ਦਾ, ਤੇ ਲੰਕਾ ਸੋਨੇ ਦੀ ਆਪਣੀ ਸਾੜ ਲਏਗਾ। ਇਹ ਐਸਾ ਕਲਗੀਧਰ ਦਾ ਪੁੱਤਰ ਜਿਹੜਾ ਮਹੀਵਾਲ ਨਹੀਂ, ਪੱਟ ਤੇ ਸਬਰ ਕਰ ਲਊ, ਇਹ ਕੌਮ ਲਈ ਕਾਲਜਾ ਪਾੜ ਲੇਗਾ। ਐਸਾ ਕਲਗੀਧਰ ਦਾ ਲਾਲ ਹੈ ਜਿਹੜਾ ਆਪਣੀ ਕੌਮ ਤੋਂ, ਆਪਣਿਆਂ ਤੋਂ ਕੀ ਇਹ ਬਗਾਨਿਆਂ ਦੀ ਖਾਤਰ ਵੀ ਆਪਣਾ ਲੋਹੂ ਵਹਾਉਣ ਦੇ ਲਈ, ਕੁਰਬਾਨੀਆਂ ਕਰਨ ਦੇ ਲਈ ਹਰ ਵਕਤ ਤਿਆਰ ਰਹਿੰਦਾ ਹੈ। ਔਰ ਪਿਆਰਿਓ, ਜੇ ਦਿੱਲੀ ਨੂੰ ਪੰਜਾਬੀ ਪਸੰਦ ਨਹੀਂ ਤੇ ਸਾਨੂੰ ਵੀ ਦਿੱਲੀ ਇੰਨੀ ਚੰਗੀ ਨਹੀਂ ਲੱਗਦੀ। ਜੇ ਦਿੱਲੀ ਸਾਡੇ ਨਾਲ ਵੈਰ ਕਮਾਉਂਦੀ ਹੈ, ਅਸੀਂ ਤੇ ਹਰ ਇੱਕ ਨੂੰ ਪਿਆਰ ਕਰਨ ਵਾਲੇ ਆ, ਪਰ ਦਿੱਲੀ ਸਾਡੇ ਨਾਲ ਹਮੇਸ਼ਾ ਵੈਰ ਕਮਾਉਂਦੀ ਆਈ। ਇਹਨੂੰ ਚੇਤਾ ਭੁੱਲ ਗਿਆ ਜਦੋਂ ਮੁਗਲਾਂ ਦਾ ਇੱਥੇ ਰਾਜ ਸੀ, ਮੁਗਲਾਂ ਦਾ ਝੰਡਾ ਝੂਲਦਾ ਸੀ ਤੇ ਖਾਲਸੇ ਨੇ ਜੱਸਾ ਸਿੰਘ ਆਹਲੂਵਾਲੀਆ ਵਰਗੇ, ਬਘੇਲ ਸਿੰਘ ਕਰੋੜ ਸਿੰਘੀਆ ਵਰਗਿਆਂ ਨੇ ਜਾ ਕੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾ ਦਿੱਤਾ ਸੀ। ਆਓ ਜਰਾ ਪਿਆਰ ਦੇ ਨਾਲ ਸਰਵਣ ਕਰਨਾ, ਜੇ ਸਿੰਘ ਨਹੀਂ ਪਸੰਦ ਦਿੱਲੀਏ ਤੇ ਸਿੰਘਾਂ ਨੂੰ ਪਸੰਦ ਨਹੀਂ। ਆਪ ਕਰ ਤਾਰ ਕਲਾ ਤਾਰ ਕੇ ਬਾਬੇ ਨਾਨਕ ਦੇ ਰੂਪ ਆਇਆ ਸੀ, ਝੂਠ ਤੇ ਪਖੰਡ ਨੰਗਾ ਕਰਕੇ ਸਿੱਖੀ ਵਾਲਾ ਬੂਟਾ ਲਾਇਆ ਸੀ। ਆਪ ਕਰ ਤਾਰ ਕਲਾ ਤਾਰ ਕੇ ਬਾਬੇ ਨਾਨਕ ਦੇ ਰੂਪ ਆਇਆ ਸੀ, ਝੂਠ ਤੇ ਪਖੰਡ ਨੰਗਾ ਕਰਕੇ ਸਿੱਖੀ ਵਾਲਾ ਬੂਟਾ ਲਾਇਆ ਸੀ। ਬਾਬਰ ਨੂੰ ਜਾਬਰ ਸੀ ਦੱਸਿਆ, ਜਿਹਦੇ ਮੂਹਰੇ ਕਰਕੇ ਨਾਚੋ, ਤੈਨੂੰ ਜ਼ੰਗ ਨਹੀਂ ਪਸੰਦ ਦਿੱਲੀਏ, ਸਿੰਘਾਂ ਨੂੰ ਪਸੰਦ ਨਹੀਂ ਤੂੰ, ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ, ਸਿੰਘਾਂ ਨੂੰ ਪਸੰਦ ਨਹੀਂ ਤੂੰ। पछताउणगे तेरे हाथ सौंप के लगावनी, तेरे लिए आजादी रहे मंगदे आबे असी हो गए गुलामनी। खोर कद तक पछताउणगे तेरे हाथ सौंप के लगावनी, हाड़ा नाल डोब के पंजाब नू कीता कर जाई लू लू। तैनू सिंह नहीं पसंद दिल्लीए, ਸਿੰਘਾਂ ਨੂੰ पसंद नहीं तू, जे तैनू सिंह नहीं पसंद दिल्लीए, ਸਿੰਘਾਂ ਨੂੰ पसंद नहीं तू। ਕਮਾਈ ਦਿਨ ਰਾਤ ਨੂੰ ਢਿੱਡ ਸਾਰੇ ਦੇਸ਼ ਦਾ ਸੀ ਭਰਿਆ, ਮਿਹਨਤਾਂ ਦਾ ਮੁੱਲ ਨਾ ਤੇ ਮੋੜਿਆ, ਫਾਹੇ ਲੈ ਕੇ ਅੰਨ ਦਾ ਮਰਿਆ। ਕਰਕੇ ਕਮਾਈ ਦਿਨ ਰਾਤ ਨੂੰ ਢਿੱਡ ਸਾਰੇ ਦੇਸ਼ ਦਾ ਸੀ ਭਰਿਆ, ਮਿਹਨਤਾਂ ਦਾ ਮੁੱਲ ਨਾ ਤੇ ਮੋੜਿਆ, ਫਾਹੇ ਲੈ ਕੇ ਅੰਨ ਦਾ ਮਰਿਆ। ਤੇਰੇ ਹੱਥੋਂ ਹੋ ਕੇ ਨਿਰਾਸ਼ ਗਈ ਕਰਕੇ ਵਿਦੇਸ਼ਾਂ ਵੱਲ ਮੂੰਹ, ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ, ਸਿੰਘਾਂ ਨੂੰ ਪਸੰਦ ਨਹੀਂ ਤੂੰ, ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ, ਸਿੰਘਾਂ ਨੂੰ ਪਸੰਦ ਨਹੀਂ ਤੂੰ।
ਸੂਰਮੇ ਮੂੰਹ ਵੀ ਉਤਾਂ ਨੂੰ ਨਹੀਂ ਚੱਕਣਾ ਖੈਰ ਦੀਆਂ ਗੱਲਾਂ ਸੁਣ ਸੁਣ ਕੇ ਤੇਰੇ ਕਾਨੇ ਉੱਤੇ ਸਰ ਕੇ ਨਾ ਜੂ ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ ਸਿੰਘਾਂ ਨੂੰ ਪਸੰਦ ਨਹੀਂ ਉਹ ਤੂੰ ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ ਸਿੰਘਾਂ ਨੂੰ ਪਸੰਦ ਨਹੀਂ ਉਹ ਤੂੰ ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ ਸਿੰਘਾਂ ਨੂੰ ਪਸੰਦ ਨਹੀਂ ਉਹ ਤੂੰ ਅਸੀਂ ਮਿੱਤਰ ਹਾਂ ਨਿਤ ਨਿਮਾਣਿਆਂ ਦੇ ਸਾਡਾ ਨਾਲ ਜਰਵਾਣਿਆਂ ਹੱਥ ਕੋਈ ਨਾ ਅਸੀਂ ਨਿਮਰਤਾ ਵਾਲੇ ਦੇ ਦਾਸ ਵੀ ਹਾਂ ਜਿਹੜਾ ਰੋਬ ਪਾਵੇ ਉਹਦੇ ਮਿੱਤ ਕੋਈ ਨਾ ਕਰਨ ਲੱਗਿਆਂ ਨੇਕੀ ਉਪਕਾਰ ਸੇਵਾ ਅਸੀਂ ਪੁੱਛਦੇ ਬਾਰ ਤੇ ਥਿੱਤ ਕੋਈ ਨਾ ਸਾਨੂੰ ਇੰਨਾ ਮਾਣ ਹੈ ਆਪਣੇ ਤੇ ਸਾਨੂੰ ਕਦੇ ਵੀ ਸਕਦਾ ਜਿੱਤ ਕੋਈ ਨਾ ਗੁਰੂ ਪਿਆਰਿਓ ਸਾਡੇ ਦੇਸ਼ ਦੇ ਨੌਜਵਾਨ ਪੀੜ੍ਹੀ ਨੇ ਵਿਦੇਸ਼ਾਂ ਵੱਲ ਨੂੰ ਮੂੰਹ ਕਰ ਲਿਆ ਤੇ ਉਹਨੂੰ ਵੀ ਅਸੀਂ ਦੋਸ਼ੀ ਠਹਿਰਾਇਆ ਪਰ ਕਦੇ 84 ਦੇ ਵੇਲੇ ਸਾਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਸ ਤੋਂ ਉਪਰੰਤ ਸਾਨੂੰ ਖਤਮ ਕਰਨ ਦੇ ਲਈ ਸਾਡੇ ਕੋਲੋਂ ਵਿਦਿਆ ਵੀ ਖੋਹ ਲਈ ਗਈ ਮੇਰੇ ਦੇਸ਼ ਦੀ ਨੌਜਵਾਨ ਜਨਰੇਸ਼ਨ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧਸਾ ਦਿੱਤਾ ਗਿਆ ਆਖਰਕਾਰ ਇਹਨਾਂ ਨਸ਼ਿਆਂ ਤੋਂ ਡਰਦੇ ਮਾਪਿਆਂ ਨੇ ਉਹਨਾਂ ਨੂੰ ਪਤਾ ਸੀ ਕਿ ਸਰਕਾਰ ਨੇ ਨੌਕਰੀਆਂ ਨਹੀਂ ਦੇਣੀਆਂ ਕਿਉਂਕਿ ਵਿਦਿਆ ਇੰਨੀ ਮਹਿੰਗੀ ਕਰ ਦਿੱਤੀ ਕਿ ਆਮ ਆਦਮੀ ਦੇ ਵੱਸ ਦੀ ਗੱਲ ਨਾ ਰਹੀ ਆਪਣੇ ਬੱਚਿਆਂ ਨੂੰ ਉਹ ਵਿਦਿਆ ਦੇ ਸਕੇ ਤਾਂ ਕਿ ਉਹ ਜ਼ਿੰਦਗੀ ਜਿਉਣ ਦੀ ਜਾਂਚ ਤੇ ਚੰਗੇ ਢੰਗ ਦੀ ਜ਼ਿੰਦਗੀ ਜਿਉ ਸਕਣ ਸਰਕਾਰ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਵਾਂਝਿਆ ਕੀਤਾ ਤਾਂ ਹੀ ਅੱਜ ਸਾਡੇ ਦੇਸ਼ ਦੇ ਪੁੱਤ ਜਿਨ੍ਹਾਂ ਨੇ ਇਸ ਦੇਸ਼ ਲਈ ਇਸ ਪੰਜਾਬ ਲਈ ਬੜਾ ਕੁਝ ਕਰਨਾ ਸੀ ਗੁਰੂ ਪਿਆਰਿਓ ਮੈਂ ਕਹਾਂਗੀ ਕਿ ਜਿਵੇਂ ਮਲਾਈ ਲਾਈ ਹੁੰਦੀ ਨਾ ਦੁੱਧ ਤੋਂ ਮਲਾਈ ਵਿਦੇਸ਼ਾਂ 'ਚ ਜਾ ਵੜੀ ਤੇ ਇੱਥੇ ਬਹੁਤ ਘੱਟ ਪੜ੍ਹੇ ਲਿਖੇ ਰਹਿ ਗਏ ਜ਼ਿਆਦਾ ਪੜ੍ਹੇ ਲਿਖੇ ਜਿਨ੍ਹਾਂ ਨੇ ਸਾਇੰਸਦਾਨ ਬਣਨਾ ਸੀ ਜਿਨ੍ਹਾਂ ਨੇ ਵਕੀਲ ਬਣਨਾ ਸੀ ਜਿਨ੍ਹਾਂ ਨੇ ਜੱਜਾਂ ਦੀਆਂ ਪਦਵੀਆਂ ਹਾਸਲ ਕਰਨੀਆਂ ਸੀ ਉਹਨਾਂ ਨੂੰ ਵਿਦੇਸ਼ਾਂ ਨੂੰ ਤੋਰਨਾ ਪਿਆ ਆਓ ਪਿਆਰਿਓ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਆਪ ਸੰਗਤਾਂ ਦਾ ਧੰਨਵਾਦ ਕਰਾਂ ਬਹੁਤ ਸਤਿਕਾਰਯੋਗ ਵੀਰ ਦੀਪ ਸਿੱਧੂ ਦਾ ਜਿਨ੍ਹਾਂ ਨੇ ਮੋਰਚਾ ਲਾਇਆ ਇਹਦੀ ਵਾਗਡੋਰ ਸੰਭਾਲੀ ਹੈ ਵੀਰ ਜੋਗਾ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਸ ਮੋਰਚੇ ਦੀ ਪ੍ਰਾਰੰਭਤਾ ਕੀਤੀ ਹੈ ਤੇ ਵੱਖ-ਵੱਖ ਜੋ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਤੇ ਉਹਨਾਂ ਦਾ ਇੱਕ ਮਿਸ਼ਨ ਹੈ ਕਿ ਆਖਰਕਾਰ ਸਾਨੂੰ ਫਤਿਹਜਾਬੀ ਮਿਲ ਸਕੇ ਸਾਨੂੰ ਕਾਮਯਾਬੀ ਮਿਲ ਸਕੇ ਇਹ ਕਿਸਾਨੀ ਦਾ ਜਿਹੜਾ ਮੁੱਦਾ ਹੈ ਕਿਸਾਨ ਦੀ ਆਵਾਜ਼ ਦਿੱਲੀ ਦੀ ਸਰਕਾਰ ਦੇ ਤੱਕ ਪਹੁੰਚਾਈ ਜਾ ਸਕੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਦਾਸ ਦੇ ਜਥੇ ਦੀ ਹਾਜ਼ਰੀ ਲਵਾ ਕੇ ਉਹਨਾਂ ਸਾਨੂੰ ਧੰਨਵਾਦੀ ਬਣਾਇਆ ਸਾਨੂੰ ਮਾਣ ਦਿੱਤਾ ਆਪ ਸੰਗਤਾਂ ਦੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਅਸੀਸਾਂ ਦੇ ਕੇ ਨਵਾਜਿਆ ਗਿਆ ਧੰਨਵਾਦੀ ਹਾਂ ਵਾਹਿਗੁਰੂ ਨਾਮਦਾਨ ਚੜ੍ਹਦੀ ਕਲਾ ਹਰਮਦਾਨ ਫਤਿਹ ਬਖਸ਼ ਕਰਨ ਮੈਂ ਧੰਨਵਾਦ ਕਰਾਂ ਬਹੁਤ ਸਤਿਕਾਰਯੋਗ ਵੀਰ ਰਸ਼ਪਾਲ ਸਿੰਘ ਜੀ USA ਜਿਨ੍ਹਾਂ ਨੇ ਹੁਕਮ ਲਾਇਆ ਸੀ ਆਪ ਸੰਗਤਾਂ ਦੀ ਸੇਵਾ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਦੇ ਲਈ।